ਵਿੱਕੀ ਥੋਮਸ ਦਾ ਰੌਲਾ ਦੇਖਣ ਨੂੰ ਮਿਲਿਆ ਤਾਂ ਗੱਲ ਇਹ ਆ ਗਈ ਕਿ ਸਾਰੀ ਸਿੱਖੀ ਕਿ ਵਿੱਕੀ ਥੋਮਸ ਨੂੰ ਹੀ ਪਤਾ ਹੈ। ਮਹਾਰਾਜ ਨੇ ਕੁਆਲਿਟੀ ਦੇ ਉੱਤੇ ਜ਼ੋਰ ਦਿੱਤਾ ਸੀ, ਨਾ ਕਿ ਕੁਆਂਟੀਟੀ ਦੇ ਉੱਤੇ। ਅੱਜ ਵਿੱਕੀ ਥੋਮਸ ਵਰਗੇ ਬੰਦਿਆਂ ਨੇ ਇੱਕ ਕੁਐਸਚਨ ਕ੍ਰੀਏਟ ਕਰਤਾ। ਉਹਨੇ ਕਿਹਾ ਜੀ ਨੰਦੇੜ ਸਾਹਿਬ ਉੱਥੇ ਝਟਕਾਉਂਦੇ ਨੇ, ਉੱਥੇ ਅਲਾਊਡ ਹੈ। ਮੈਂ ਐਸੇ ਕਈ ਲੋਕਾਂ ਨੂੰ ਜਾਣਦਾ ਜਿਹੜਾ ਅੰਮ੍ਰਿਤ ਉੱਥੋਂ ਜਾ ਕੇ ਛਕਦੇ ਨੇ ਤਾਂ ਕਿ ਸਾਨੂੰ ਖਾਣ ਦਾ ਮੌਕਾ ਰਵੇ। ਇੱਕ ਮੁੰਡੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹ ਸਿਰਫ ਇੰਨੀ ਗੱਲ ਕਹਿੰਦਾ ਕਿ ਜਿਹੜੇ ਲੀਡਰ ਨੇ ਉਹ ਸਾਡੇ ਅਨਪੜ੍ਹ ਨਹੀਂ ਹੋਣੇ ਚਾਹੀਦੇ, ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਕੀ ਅੱਜ ਸੱਚ ਬੋਲਣਾ ਕ੍ਰਾਈਮ ਹੋ ਗਿਆ? ਕੀ ਅੱਜ ਸੱਚ ਬੋਲਣਾ ਗਲਤ ਹੋ ਗਿਆ? ਮੈਂ ਕਹਿੰਦਾ ਕਿ ਬਹੁਤ ਸਲੂਟ ਹੈ ਉਸ ਟੀਚਰ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਰਾਈਟ ਐਜੂਕੇਸ਼ਨ ਦੇ ਰਿਹਾ ਸੀ। ਮੋਦੀ ਜੀ ਦੀ ਅਸੀਂ ਕਹਿੰਦੇ ਹਾਂ ਕਿ ਡਾਇਨਾਮਿਕ ਪਰਸਨੈਲਿਟੀ ਹੈ, ਬਹੁਤ ਅੱਛਾ ਕੰਮ ਕਰ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਝੂਠਾ ਕਹਿ ਦਿੱਤਾ ਕਿ ਵੀ ਇਹ ਭਾਸ਼ਣ ਦੇਣ ਦਾ ਤਰੀਕਾ ਹੁੰਦਾ ਹੈ, ਇਹ ਜੁਮਲਾ ਸੀ। ਕੱਲ ਨੂੰ ਜਿਹੜੀ ਮਰਜ਼ੀ ਪਾਰਟੀ ਆ ਜਾਏ, ਚਲੋ ਆਪਾਂ ਮੰਨਦੇ ਆ ਵੀ ਬੀਜੇਪੀ ਨੂੰ ਸਾਈਡ ਕਰ ਦਿੰਦੇ ਆ, ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਉਹ ਬੜਾ ਸੁੱਖ ਸਮਰਾਜ ਦੇ ਜੂਗੀ? ਜਿਹੜਾ ਮੰਨ ਕੇ ਚੱਲੀਏ ਕਿ ਸਾਨੂੰ ਕਹਿੰਦੇ ਨੇ ਕਿ ਅਸੀਂ 5th ਇਕਨੋਮੀ ਬਣ ਗਏ ਆ, ਨਾਲ ਇਹ ਵੀ ਦੱਸਣਾ ਚਾਹੀਦਾ ਕਿ ਅਸੀਂ 172 ਲੱਖ ਕਰੋੜ ਦੇ ਕਰਜ਼ਾਈ ਵੀ ਬਣ ਗਏ ਆ। ਤੁਸੀਂ ਇੱਕ ਆਮ ਬੰਦੇ ਦੀ ਗੱਲ ਲੈ ਲਓ ਸੁਮਿਤ ਜੀ, ਕਿ ਅਗਰ ਮੈਂ ਇੱਕ ਪਿਓ ਆ ਔਰ ਆਪਣੇ ਘਰ ਮੈਂ ਆਪਣੇ ਬੱਚਿਆਂ ਦੀ ਡਿਮਾਂਡ ਮੈਂ ਲੋਕਾਂ ਤੋਂ ਕਰਜ਼ਾ ਫੜ ਕੇ ਪੂਰੀ ਕਰੀ ਜਾ ਰਿਹਾ ਵਾਂ, ਸਿਰਫ ਆਪਣਾ ਦਿਖਾਉਣ ਵਾਸਤੇ ਕਿ ਜੋ ਤੁਸੀਂ ਮੂੰਹ ਤੋਂ ਮੰਗਦੇ ਹੋ ਮੈਂ ਕਰ ਦਿੰਦਾ ਵਾ, ਉਹ ਐਂਡ ਆਫ ਦਾ ਡੇ ਉਹਦਾ ਇੰਪੈਕਟ ਮੇਰੇ ਬੱਚਿਆਂ ਤੇ ਹੀ ਆਣਾ ਹੈ। ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਉਹ ਬਹੁਤ ਵਧੀਆ ਸੀ, ਉੱਤੇ ਕਿੰਤੂ ਪਰੰਤੂ ਕਰਨ ਯੋਗ ਨਹੀਂ ਹੈਗੇ, ਨਾ ਸਾਡੀ ਇੰਨੀ ਨੌਲੇਜ ਹੈ। ਲੇਕਿਨ ਇੱਕ ਚੀਜ਼ ਤੇ ਮੈਂ ਜ਼ਰੂਰ ਕਹਾਂਗਾ ਜਿਹੜੀ ਸਭ ਤੋਂ ਵੱਡੀ ਉਹਦੇ 'ਚ ਕਮੀ ਰਹਿ ਗਈ, ਜਿਹੜਾ ਉਹ ਅਨਪੜ੍ਹਾਂ ਨੂੰ ਵੀ ਇਲੈਕਸ਼ਨ ਲੜਨ ਦਾ ਜਿਹੜਾ ਹੱਕ ਦੇ ਗਏ। ਸਤਿ ਸ਼੍ਰੀ ਅਕਾਲ। ਸੋਸ਼ਲ ਮੀਡੀਆ ਤੇ ਜੇ ਆ ਲੰਘੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 2 ਤੋਂ 3 ਇਸ਼ੂ ਇਸ ਤਰ੍ਹਾਂ ਦੇ ਸਰਗਰਮ ਰਹੇ ਕਿ ਜਿਨ੍ਹਾਂ ਨੇ ਨੈਸ਼ਨਲ ਤੌਰ ਤੇ, ਖੈਰ ਬਾਹਰਲਿਆਂ ਦੀ ਤਾਂ ਗੱਲ ਕਰਾਂਗੇ ਨਹੀਂ, ਬਾਹਰ ਵੀ ਹਾਲਾਂਕਿ ਬਹੁਤ ਚਰਚਾ ਤਾਂ ਹੋਏ, ਪਰ ਸਾਡੇ ਦੇਸ਼ ਦੇ ਵਿੱਚ ਇੰਨੀ ਚਰਚਾ ਦੇ ਵਿੱਚ ਰਹੇ ਕਿ ਗੱਲ ਚਾਹੇ ਪੰਜਾਬ ਦੀ ਹੋਵੇ, ਚਾਹੇ ਗੱਲ ਯੂਪੀ ਦੀ ਹੋਵੇ, ਚਾਹੇ ਗੱਲ ਹੋਵੇ ਕਿ ਆਲ ਇੰਡੀਆ ਜਦੋਂ ਉਸ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਇੱਕ ਮੁੰਡੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਕਿਉਂਕਿ ਉਹ ਸਿਰਫ ਇੰਨੀ ਗੱਲ ਕਹਿੰਦਾ ਕਿ ਜਿਹੜੇ ਲੀਡਰ ਨੇ ਉਹ ਸਾਡੇ ਅਨਪੜ੍ਹ ਨਹੀਂ ਹੋਣੇ ਚਾਹੀਦੇ, ਪੜ੍ਹੇ ਲਿਖੇ ਹੋਣੇ ਚਾਹੀਦੇ ਨੇ। ਸਿੱਧੀ ਟਾਂਚ ਜੇ ਕਹੀਏ, ਭਾਵੇਂ ਉਹਨੇ ਨਾਂ ਨਹੀਂ ਲਿਆ, ਪਰ ਜਿਸ ਤਰ੍ਹਾਂ ਦੇ ਨਾਲ ਇਹਦੇ ਤੇ ਸਿਆਸਤ ਗਰਮਾਈ, ਉਹਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਤਾਂ ਸਿੱਧੀ ਟਾਂਚ ਉਹ ਕਿਤੇ ਨਾ ਕਿਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੀਗੀ। ਦੂਜੇ ਪਾਸੇ ਗੱਲ ਰਹੀ ਕਿ ਜਿਵੇਂ ਵਿੱਕੀ ਥੋਮਸ ਦਾ ਰੌਲਾ ਦੇਖਣ ਨੂੰ ਮਿਲਿਆ ਤਾਂ ਗੱਲ ਇਹ ਆ ਗਈ ਕਿ ਸਾਰੀ ਸਿੱਖੀ ਕਿ ਵਿੱਕੀ ਥੋਮਸ ਨੂੰ ਹੀ ਪਤਾ ਹੈ ਜਾਂ ਫਿਰ ਜਿਹੜੇ ਉਹ ਤਰਕ ਦੇ ਰਿਹਾ ਸੀ ਉਹ ਸਹੀ ਸੀ। ਇਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ। ਰਾਜ ਸਿੰਘ ਸਾਡੇ ਨਾਲ ਨੇ। ਰਾਜ ਜੀ, ਦੇਖੀਏ ਜੇ ਪਹਿਲਾਂ ਗੱਲ ਕੀਤੀ ਜਾਵੇ ਕਿ ਮੁੰਡੇ ਨੇ ਐਡੀ ਕੀ ਗੱਲ ਕਹਿਤੀ, ਉਹਨੂੰ ਨੌਕਰੀ ਤੋਂ ਕੱਢਤਾ, ਨੌਕਰੀ ਤੋਂ ਕੱਢਤਾ ਉਹ ਗੱਲ ਵੱਡੀ ਹੈ ਜਾਂ ਜਿਹੜੀ ਗੱਲ ਉਹਨੇ ਕਹੀ ਉਹਦੇ ਤੇ ਡਿਸਕਸ ਹੋਣੀ ਜ਼ਰੂਰੀ ਸੀ? ਦੇਖੋ ਸੁਮਿਤ ਜੀ, ਜਿਹੜੀ ਉਹ ਮੁੰਡੇ ਨੇ ਗੱਲ ਕੀਤੀ, ਬੀਇੰਗ ਏ ਟੀਚਰ, ਇੱਕ ਸਟੂਡੈਂਟ ਉਹਦਾ ਧਰਮ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਹ ਗੱਲ ਸਿਖਾਵੇ ਜਿਹੜੀ ਕਿ ਜ਼ਰੂਰੀ ਹੈ। ਅੱਜ ਮੈਂ ਸਭ ਤੋਂ ਪਹਿਲੇ ਕਹਾਂਗਾ ਕਿ ਬਾਬਾ ਸਾਹਿਬ ਨੇ ਜਿਹੜਾ ਸੰਵਿਧਾਨ ਬਣਾਇਆ ਉਹ ਬਹੁਤ ਵਧੀਆ ਸੀ, ਉੱਤੇ ਕਿੰਤੂ ਪਰੰਤੂ ਕਰਨ ਯੋਗ ਨਹੀਂ ਹੈਗੇ, ਨਾ ਸਾਡੀ ਇੰਨੀ ਨੌਲੇਜ ਹੈ। ਲੇਕਿਨ ਇੱਕ ਚੀਜ਼ ਤੇ ਮੈਂ ਜ਼ਰੂਰ ਕਹਾਂਗਾ ਜਿਹੜੀ ਸਭ ਤੋਂ ਵੱਡੀ ਉਹਦੇ 'ਚ ਕਮੀ ਰਹਿ ਗਈ, ਜਿਹੜਾ ਉਹ ਅਨਪੜ੍ਹਾਂ ਨੂੰ ਵੀ ਇਲੈਕਸ਼ਨ ਲੜਨ ਦਾ ਜਿਹੜਾ ਹੱਕ ਦੇ ਗਏ, ਇਹ ਸਭ ਤੋਂ ਵੱਡੀ ਗਲਤੀ ਹੈ। ਕਿਉਂਕਿ ਜਿਹੜਾ ਜਦ ਤੱਕ ਵਿਜ਼ਨ ਨਹੀਂ ਹੁੰਦਾ, ਠੀਕ ਹੈ, ਉਹਨਾਂ ਨੇ ਗਰੀਬ ਗੁਰਬਤ ਲੋਕਾਂ ਨੂੰ ਅੱਗੇ ਲਿਆਉਣ ਵਾਸਤੇ ਇਹ ਸਟੈਪ ਚੁੱਕਿਆ ਹੋਏਗਾ, ਪਰ ਗਰੀਬ ਗੁਰਬਤ ਵੀ ਅਗਰ ਪੜ੍ਹਿਆ ਲਿਖਿਆ ਹੋਵੇ ਤਾਂ ਹੀ ਉਹਦਾ ਕੋਈ ਵਿਜ਼ਨ ਹੋਏਗਾ। ਜੇ ਉਹਦਾ ਕੋਈ ਵਿਜ਼ਨ ਹੀ ਨਹੀਂ ਹੋਏਗਾ ਤੇ ਉਹ ਕੀ ਕਰੇਗਾ? ਅੱਜ ਜਿਹੜਾ ਮੰਨ ਕੇ ਚੱਲੀਏ ਕਿ ਸਾਨੂੰ ਕਹਿੰਦੇ ਨੇ ਕਿ ਅਸੀਂ 5th ਇਕਨੋਮੀ ਬਣ ਗਏ ਆ, ਨਾਲ ਇਹ ਵੀ ਦੱਸਣਾ ਚਾਹੀਦਾ ਕਿ ਅਸੀਂ 172 ਲੱਖ ਕਰੋੜ ਦੇ ਕਰਜ਼ਾਈ ਵੀ ਬਣ ਗਏ ਆ। ਤੁਸੀਂ ਇੱਕ ਆਮ ਬੰਦੇ ਦੀ ਗੱਲ ਲੈ ਲਓ ਸੁਮਿਤ ਜੀ, ਕਿ ਅਗਰ ਮੈਂ ਇੱਕ ਪਿਓ ਆ ਔਰ ਆਪਣੇ ਘਰ ਮੈਂ ਆਪਣੇ ਬੱਚਿਆਂ ਦੀ ਡਿਮਾਂਡ ਮੈਂ ਲੋਕਾਂ ਤੋਂ ਕਰਜ਼ਾ ਫੜ ਕੇ ਪੂਰੀ ਕਰੀ ਜਾ ਰਿਹਾ ਵਾਂ, ਸਿਰਫ ਆਪਣਾ ਦਿਖਾਉਣ ਵਾਸਤੇ ਕਿ ਜੋ ਤੁਸੀਂ ਮੂੰਹ ਤੋਂ ਮੰਗਦੇ ਹੋ ਮੈਂ ਕਰ ਦਿੰਦਾ ਵਾ, ਉਹ ਐਂਡ ਆਫ ਦਾ ਡੇ ਉਹਦਾ ਇੰਪੈਕਟ ਮੇਰੇ ਬੱਚਿਆਂ ਤੇ ਹੀ ਆਣਾ ਹੈ। ਜਦ ਉਹ ਕਰਜ਼ਾ ਬਹੁਤ ਜ਼ਿਆਦਾ ਹਾਈ ਹੋ ਜਾਏਗਾ ਔਰ ਉਤਾਰਨ ਯੋਗ ਨਹੀਂ ਰਵਾਂਗਾ, ਤੇ ਇਹ ਕੋਈ ਚੰਗੀ ਪਰੰਪਰਾ ਨਹੀਂ ਹੈਗੀ ਕਿ ਕਰਜ਼ੇ ਲੈ ਕੇ ਤੁਸੀਂ ਆਪਣੇ ਆਪ ਨੂੰ ਆਪਣਾ ਨਾਮ ਬਣਾਓ। ਪਰ ਰਾਜਾ ਜੀ, ਇਹਦੇ 'ਚ ਗੱਲ ਇਹ ਆਈ ਜਿਹੜੀ ਗੱਲ ਤੁਸੀਂ ਕਹੀ ਕਿ ਅਨਪੜ੍ਹਾਂ ਨੂੰ ਲੈ ਕੇ, ਠੀਕ ਹੈ, ਹਰ ਕੋਈ ਕਹਿੰਦਾ ਅੱਜ ਦੇ ਵਿੱਚ ਵੀ ਕ੍ਰਿਮੀਨਲ ਨਾ ਹੋਵੇ, ਪੜ੍ਹਿਆ ਲਿਖਿਆ ਚੰਗਾ ਹੋਵੇ, ਪਰ ਜੇ ਗੱਲ ਕਹੀਏ ਕਿ ਅਨਪੜ੍ਹਾਂ ਨੂੰ ਹੁਣ ਤੋਂ ਜਦੋਂ ਆਪਾਂ ਪਹਿਲਾਂ ਦਾ ਸਮਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜੇ ਹੁਣ ਸਾਡੇ ਬਜ਼ੁਰਗ ਸੀਗੇ ਜਾਂ ਪਿੰਡਾਂ ਦੇ ਲੋਕ ਅਸੀਂ ਦੇਖਦੇ ਹਾਂ ਇੱਕ ਵਧੀਆ ਐਕਸਪੀਰੀਅੰਸ ਰੱਖਦੇ ਨੇ, ਤਾਂ ਉਹ ਐਕਸਪੀਰੀਅੰਸ ਤੁਹਾਨੂੰ ਨਹੀਂ ਲੱਗਦਾ ਵੀ ਜੇ ਕਹੀਏ ਕਿ ਸਿਰਫ ਕਿਤਾਬਾਂ ਪੜ੍ਹ ਕੇ ਹੀ ਉਹ ਜਾਣਕਾਰੀ ਪਤਾ ਲੱਗੂ ਵੀ ਕੀ ਲੋਕਾਂ ਨੂੰ ਚਾਹੀਦਾ? ਲੀਡਰ ਦਾ ਕੰਮ ਹੁੰਦਾ ਉੱਤੋਂ ਡਾਇਰੈਕਸ਼ਨ ਦੇਣਾ, ਕੰਮ ਨੀਚੇ ਜਿਹੜਾ ਉਹ ਅਫਸਰਸ਼ਾਹੀ ਨੇ ਕਰਨਾ। ਦੇਖੋ, ਜਿਹੜੀ ਗੱਲ ਮੈਂ ਕਹਿਣਾ ਚਾਹ ਰਿਹਾ ਸੀ ਤੁਸੀਂ ਆਪਣੇ ਪ੍ਰਸ਼ਨ ਵਿੱਚ ਹੀ ਪੁੱਛ ਲਈ
ਅੱਜ ਦੀ ਡੇਟ ਦੇ ਅੰਦਰ ਸੁਮਿਤ ਜੀ ਕੋਈ ਵੀ ਹੋਵੇ, ਕਿਹੜੀ ਵੀ ਸਰਕਾਰ ਹੋਵੇ, ਉਹਨੂੰ ਅਫਸਰਸ਼ਾਹੀ ਚਲਾ ਰਹੀ ਹੈ। ਪ੍ਰੋਬਲਮ ਕੀ ਆਉਂਦੀ ਹੈ ਕਿ ਜਦ ਬੰਦਾ ਪੜ੍ਹਿਆ ਲਿਖਿਆ ਨਹੀਂ ਹੁੰਦਾ ਤੇ ਅਫਸਰਸ਼ਾਹੀ ਉਹਨੂੰ ਆਪਣੇ ਹਿਸਾਬ ਦੇ ਨਾਲ ਢਾਲ ਲੈਂਦੀ ਹੈ, ਆਪਣੇ ਹਿਸਾਬ ਦੇ ਨਾਲ ਹੀ ਕੰਮ ਕਰਾਉਂਦੀ ਹੈ। ਉਹਨੂੰ ਜਿਹੜੀ ਗੱਲ ਦਾ ਡਰਾਵਾ ਨਹੀਂ ਵੀ ਹੋਣਾ ਚਾਹੀਦਾ, ਉਸ ਗੱਲ ਦਾ ਡਰਾਵਾ ਵੀ ਉਹਨੂੰ ਪਾਇਆ ਜਾਂਦਾ ਹੈ। ਉਹਦੀ ਜਿੰਨੀ ਕੁ ਉਹਦੀ ਸੋਚ ਹੈ, ਉਹਨੂੰ ਮੈਂ ਕਹਾਂਗਾ ਕਿ ਜਿਹੜੇ ਅਫਸਰ ਨੇ ਵੱਡੇ ਵੱਡੇ, ਜਿਹੜੇ ਵੱਡੇ ਪ੍ਰਿੰਸੀਪਲ ਸੈਕਟਰੀਜ਼ ਲਗਾ ਲਓ ਜਾਂ ਕੁਝ ਲਗਾ ਲਓ, ਉਹ ਇੱਕ ਤਰ੍ਹਾਂ ਦੇ ਜਿਹੜਾ ਵੀ ਕੋਈ ਮਿਨਿਸਟਰ ਹੈ ਜਾਂ ਜਿਹੜਾ ਪੜ੍ਹਿਆ ਲਿਖਿਆ ਨਹੀਂ ਹੈ, ਉਹ ਉਹਨਾਂ ਦੇ ਹੱਥਾਂ 'ਚ ਖੇਡਦਾ। ਜਿਸ ਤਰ੍ਹਾਂ ਉਹ ਚਲਾਉਣਾ ਚਾਹੁੰਦੇ ਨੇ ਉਹ ਚਲਾਉਂਦੇ ਨੇ। ਇਸ ਵਾਸਤੇ ਪੜ੍ਹੇ ਲਿਖੇ ਹੋਣ ਦੀ ਲੋੜ ਹੈ। ਅੱਜ ਅਗਰ ਮੇਰੀ ਕੋਈ ਫੈਕਟਰੀ ਹੈ, ਅਗਰ ਮੈਨੂੰ ਆਪਣੇ ਪ੍ਰੋਡਕਟ ਬਣਾਉਣ ਦੀ ਆਪ ਹੀ ਨੌਲੇਜ ਨਹੀਂ ਹੋਏਗੀ, ਮੈਂ ਜਿਹੜਾ ਬੰਦਾ ਥੱਲੇ ਰੱਖਾਂਗਾ ਉਹ ਤੇ ਮੈਨੂੰ ਘੁਮਾਏਗਾ ਨਾ, ਵਧਾ ਕੇ ਖਰਚਾ ਵੀ ਦੱਸ ਸਕਦਾ ਹੈ, ਕੱਲ ਨੂੰ ਮੇਰੀ ਕੰਪਨੀ ਬਰਬਾਦ ਵੀ ਕਰ ਸਕਦਾ, ਕਿਉਂਕਿ ਮੈਨੂੰ ਟੈਕਨੀਕਲ ਨੌਲੇਜ ਨਹੀਂ ਹੈ। ਤੇ ਇਸੇ ਸਿਧਾਂਤ ਨੂੰ ਲੈ ਕੇ ਪੜ੍ਹਿਆ ਲਿਖਿਆ ਹੋਣਾ ਬੜਾ ਜ਼ਰੂਰੀ ਹੈ। ਲੇਕਿਨ ਗੱਲ ਇਹ ਹੋ ਗਈ, ਅਸੀਂ ਪੜ੍ਹਾਈ ਦੀ ਗੱਲ ਕੀਤੀ, ਕੀ ਅੱਜ ਸੱਚ ਬੋਲਣਾ ਕ੍ਰਾਈਮ ਹੋ ਗਿਆ? ਕੀ ਅੱਜ ਸੱਚ ਬੋਲਣਾ ਗਲਤ ਹੋ ਗਿਆ? ਮੈਂ ਕਹਿੰਦਾ ਕਿ ਬਹੁਤ ਸਲੂਟ ਹੈ ਉਸ ਟੀਚਰ ਨੂੰ ਜਿਹੜਾ ਆਪਣੇ ਬੱਚਿਆਂ ਨੂੰ ਰਾਈਟ ਐਜੂਕੇਸ਼ਨ ਦੇ ਰਿਹਾ ਸੀ। ਸਲੂਟ ਹੈ ਹੁਣ ਪੱਤਰਕਾਰਾਂ ਨੂੰ ਵੀ ਜਿਹੜੇ ਕਿ ਰਾਈਟ ਮੁੱਦੇ ਚੁੱਕਦੇ ਨੇ। ਅੱਜ ਤੁਸੀਂ ਦੇਖਿਆ ਹੋਣਾ ਇੱਕ ਨਵਾਂ ਇਨਸੀਡੈਂਟ ਚੱਲ ਰਿਹਾ ਮੀਡੀਆ ਦੇ ਉੱਤੇ ਕਾਫੀ, ਕਿ ਸਮ੍ਰਿਤੀ ਇਰਾਨੀ ਨੇ ਸੁਧੀਰ ਦੀ ਸਾਹਮਣੇ ਕੌਨਕਲੇਵ ਦੇ ਅੰਦਰ ਇੰਨੀ ਬੇਇੱਜ਼ਤੀ ਕੀਤੀ ਕਿ ਬੰਦਾ ਉਹਦਾ ਮੂੰਹ ਬਣ ਗਿਆ, ਵਿਚਾਰਾ ਰੋਣ ਹਾਕਾ ਹੋ ਗਿਆ। ਕਾਰਨ ਕਿਉਂ? ਕਿ ਪੱਤਰਕਾਰ ਨੇ ਆਪਣੀ ਰੀੜ ਦੀ ਹੱਡੀ ਗਵਾ ਦਿੱਤੀ। ਇੱਕ ਮੈਂ ਬੜਾ ਅੱਛੇ ਪੱਤਰਕਾਰ ਦੀ ਰਿਪੋਰਟ ਪੜ੍ਹ ਰਿਹਾ ਸੀ, ਕਹਿੰਦਾ ਸੀ ਕਿ ਅਗਰ ਉਹਦੇ ਵਿੱਚ ਗਾ ਗੇ ਗੀ ਹੈ, ਅਗਰ ਐਂਡ ਸੈਂਟੈਂਸ ਵਿੱਚ ਗਾ ਗੇ ਗੀ ਲੱਗਦਾ ਹੈ, ਇਹਦਾ ਮਤਲਬ ਉਹ ਖਬਰ ਨਹੀਂ ਹੈ, ਉਹ ਪ੍ਰਚਾਰ ਹੈ। ਤੇ ਪੱਤਰਕਾਰ ਦਾ ਕੰਮ ਹੁੰਦਾ ਹੈ ਕਿ ਅਗਰ ਸਰਕਾਰ ਨੇ ਵਧੀਆ ਕੰਮ ਕੀਤਾ ਹੈ ਤੇ ਉਹਦੀ ਪ੍ਰਸ਼ੰਸਾ ਕਰੇ, ਅਗਰ ਸਰਕਾਰ ਕਿੱਥੇ ਹਾਲੀ ਬਦਖੋਈ ਕਰ ਰਹੀ ਹੈ ਜਾਂ ਕਿੱਥੇ ਉਹਦੀ ਕਮੀ ਹੈ ਉਹਨੂੰ ਵੀ ਉਜਾਗਰ ਕਰੇ। ਪੱਤਰਕਾਰ ਦੇ ਅੰਦਰ ਕੀ ਹੋਣਾ ਚਾਹੀਦਾ, ਜਾਂ ਇੱਕ ਦੇਸ਼ ਦੀ ਜਨਤਾ, ਮੈਂ ਕਹਿੰਦਾ ਵਾਂ ਅੱਜ ਦੇ ਜਿਹੜੇ ਹਾਲਾਤ ਸਾਡੇ ਇੰਡੀਆ ਦੇ ਨੇ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਸੂਰ ਹੈ ਉਸ ਪਬਲਿਕ ਦਾ ਹੈ, ਜਿਹੜੇ ਕਿ ਇਹਨੂੰ ਇੱਕ ਮੇਲਾ ਸਮਝਦੀ ਹੈ ਇਲੈਕਸ਼ਨਸ ਨੂੰ। ਬਈ 3 ਮਹੀਨੇ ਖਾ ਲਿਆ ਪੀ ਲਿਆ, ਫਿਰ ਆਪਣੇ ਘਰ ਦੇ ਜਿੰਨੇ ਜੀ ਨੇ ਉਹਦੇ ਹਿਸਾਬ ਦੇ ਨਾਲ ਪੈਸੇ ਲੈ ਲਏ। ਤੇ ਜਦ ਤੁਸੀਂ ਪੋਲੀਟਿਕਸ ਨੂੰ ਬਿਜ਼ਨਸ ਬਣਾ ਦਿੱਤਾ ਤੇ ਫਿਰ ਇਹ ਬਿਜ਼ਨਸ ਦੀ ਤਰ੍ਹਾਂ ਹੀ ਚੱਲੇਗਾ। ਜਿੰਨੇ 20-25 ਕਰੋੜ ਰੁਪਏ ਖਰਚ ਕੀਤੇ ਨੇ ਉਹ ਸੇਵਾ ਕਰਨ ਨਹੀਂ ਆਇਆ, ਉਹ ਕਮਾਉਣ ਆਇਆ। ਇਸ ਗੱਲ ਨੂੰ ਪਹਿਲੇ ਕਰ ਲਓ। ਪਬਲਿਕ ਕਿਵੇਂ ਕੁਐਸਚਨ ਕਰ ਸਕਦੀ ਹੈ? ਜਿਹੜੀ ਚੀਜ਼ ਤੁਸੀਂ ਸੁਮਿਤ ਜੀ ਮੈਨੂੰ ਆਪਣੀ ਵੇਚਤੀ, ਮੈਂ ਉਹਦੇ ਨਾਲ ਭਾਵੇਂ ਜੋ ਮਰਜ਼ੀ ਕਰਾਂ, ਤੁਸੀਂ ਮੈਨੂੰ ਕੁਐਸਚਨ ਨਹੀਂ ਕਰ ਸਕਦੇ। ਪਰ ਇਹਦੇ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਹਦੇ ਤੇ ਲੈ ਕੇ ਚਲੋ ਇਹ ਤਾਂ ਗੱਲ ਠੀਕ ਹੈ, ਪੋਜ਼ਿਟਿਵ ਨਜ਼ਰੀਆ ਵੀ ਜੇ ਕਿਹਾ ਜਾਵੇ ਮੌਜੂਦਾ ਸਰਕਾਰਾਂ ਦਾ ਪੋਜ਼ਿਟਿਵ ਵੀ ਹੈਗਾ, ਜਿਹੜੀਆਂ ਚੀਜ਼ਾਂ ਉਹਨਾਂ ਨੇ ਠੀਕ ਕਰੀਆਂ। ਪਰ ਲੱਗਦਾ ਨਹੀਂ ਵੀ ਜਿਹੜੀ ਗੱਲ ਹੁਣ ਜੇ ਓਪੋਜੀਸ਼ਨ ਪਾਰਟੀਆਂ ਕਰ ਰਹੀਆਂ ਨੇ, ਜਾਂ ਚਾਹੇ ਮੈਂ ਆਹ ਮੁੰਡੇ ਵਾਲੀ ਦੀ ਗੱਲ ਕਰਾਂ, ਉਹ ਕਹਿੰਦਾ ਮੈਂ ਨਾਂ ਨਹੀਂ ਲਿਆ, ਕਿਤੇ ਨਹੀਂ ਕਰਿਆ, ਪਰ ਮੈਂ ਸਿੱਧਾ ਕਹਿੰਦਾ ਵੀ ਕਈ ਤਾਂ ਗੱਲ ਮੋਦੀ ਨੂੰ ਹੀ ਸੀਗੀ, ਕਿਉਂਕਿ ਉਹ ਏਜੰਡਾ ਜਿਹੜਾ ਹੁਣ ਤੋਂ ਪਹਿਲਾਂ ਚੱਲਿਆ ਉਹ ਡਿਗਰੀਆਂ ਨੂੰ ਲੈ ਕੇ, ਹਾਲਾਂਕਿ ਕੋਰਟਾਂ ਤੱਕ ਨੇ ਕਹਿਤਾ ਵੀ ਨਹੀਂ ਪੁੱਛਣ ਦੀ ਲੋੜ ਨਹੀਂ ਹੈਗੀ, ਉਦੋਂ ਬਾਅਦ 'ਚ ਰਿਜੈਕਟ ਹੋ ਗਿਆ, ਪਰ ਚੱਲਿਆ ਉਹੀ ਨਜ਼ਰੀਆ ਉਹੀ ਪਿਆ। ਦੂਜੇ ਪਾਸੇ ਗੱਲ ਇਹ ਕਿ ਉਹ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਨੇ ਜਿਹੜੀਆਂ ਇੰਨਾ ਸੱਤਾ ਸੁੱਖ ਭੋਗ ਚੁੱਕੀਆਂ ਨੇ, ਉਹ ਸਿਰਫ ਇੱਕ ਸਿਆਸਤ ਵਾਸਤੇ ਤਾਂ ਕਹਿ ਸਕਦੇ ਹਾਂ ਵੀ ਮੁੱਦੇ ਚੱਕ ਰਹੀਆਂ ਨੇ, ਪਰ ਕੱਲ੍ਹ ਨੂੰ ਜਿਹੜੀ ਮਰਜ਼ੀ ਪਾਰਟੀ ਆ ਜਾਏ, ਚਲੋ ਆਪਾਂ ਮੰਨਦੇ ਹਾਂ ਵੀ ਬੀਜੇਪੀ ਨੂੰ ਸਾਈਡ ਕਰ ਦਿੰਦੇ ਹਾਂ, ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਉਹ ਬੜਾ ਸੁੱਖ ਸਮਰਾਜ ਦੇ ਜੂਗੀ ਜਾਂ ਕਈ ਰਾਮ ਰਾਜਿਆ ਖੜਾ ਹੋ ਜਾਊਗਾ ਕੱਲ੍ਹ ਨੂੰ? ਹੋ ਸਕਦਾ ਇਹ? ਦੇਖੋ, ਰਾਮ ਰਾਜਿਆ ਇੱਕ ਸੁਪਨਾ ਹੈ ਜਿਹੜਾ ਕਿ ਦਿਖਾਇਆ ਜਾਂਦਾ ਹੈ। ਰਾਮ ਨੂੰ ਹੁਣ ਕਹਿਣ ਲੱਗੇ ਨੇ ਜੈ ਸ਼੍ਰੀ ਰਾਮ, ਪਹਿਲੇ ਉਹਨਾਂ ਨੂੰ ਕਿਹਾ ਜਾਂਦਾ ਸੀ ਮਰਿਆਦਾ ਪੁਰਸ਼ੋਤਮ ਰਾਮ, ਕਿ ਜਿਹੜਾ ਮਰਿਆਦਾ 'ਚ ਰਹਿੰਦੇ ਸਨ। ਮਰਿਆਦਾ 'ਚ ਉਹ ਆਉਂਦਾ ਕਿ ਝੂਠ ਨਹੀਂ ਬੋਲਣਾ, ਜਿਹੜਾ ਵਚਨ ਮੂੰਹ ਤੋਂ ਕੱਢ ਦਿੱਤਾ ਉਹਨੂੰ ਨਿਭਾਉਣਾ। ਉਹ ਇਹੋ ਜਿਹਾ ਕਿਹੜਾ ਲੀਡਰ ਹੈ ਜਿਹੜਾ ਇਹੋ ਜਿਹਾ? ਅੱਜ ਮੈਂ ਮੋਦੀ ਜੀ ਦੀ ਅਸੀਂ ਕਹਿੰਦੇ ਹਾਂ ਕਿ ਡਾਇਨਾਮਿਕ ਪਰਸਨੈਲਿਟੀ ਹੈ, ਬਹੁਤ ਅੱਛਾ ਕੰਮ ਕਰ ਰਹੇ ਨੇ, ਲੇਕਿਨ ਕਿਤੇ ਨਾ ਕਿਤੇ ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਝੂਠਾ ਕਹਿ ਦਿੱਤਾ ਕਿ ਵੀ ਇਹ ਭਾਸ਼ਣ ਦੇਣ ਦਾ ਤਰੀਕਾ ਹੁੰਦਾ ਹੈ, ਇਹ ਜੁਮਲਾ ਸੀ। ਤੇ ਜਿਹੜੇ ਅੱਜ ਇੱਕ ਲੀਡਰ ਨੂੰ ਐਜ਼ ਐਗਜ਼ਾਮਪਲ ਦੇ ਤੌਰ ਦੇ ਉੱਤੇ ਪਬਲਿਕ ਨੂੰ ਅੱਗੇ ਆਉਣਾ ਪੈਂਦਾ ਹੈ। ਅੱਜ ਅਗਰ ਸਾਡਾ ਲੀਡਰ ਹੀ ਸਾਡਾ ਐਗਜ਼ਾਮਪਲ ਸੈੱਟ ਨਹੀਂ ਕਰ ਪਾ ਰਿਹਾ ਤੇ ਦੇਸ਼ ਦਾ ਕੀ ਹੋਊਗਾ? ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀਆਂ ਨੇ, ਅੱਜ ਤੁਸੀਂ ਚਾਹੇ ਕਾਂਗਰਸ ਲੈ ਲਓ ਚਾਹੇ ਕੋਈ ਲੈ ਲਓ, ਕਿਸੇ ਨੇ ਹਰ ਇੱਕ ਨੇ ਆਪਣੀ ਸੱਤਾ ਲੈ ਕੇ ਆਣੀ ਹੈ, ਉਹਦੇ ਅੰਦਰ ਉਹਨਾਂ ਨੂੰ ਝੂਠ ਫਰੇਬ ਕੁਝ ਵੀ ਕਰਨਾ ਪਏ ਉਹ ਕਰਦੇ ਨੇ। ਠੀਕ ਹੈ ਨਾ ਜੀ? ਕੁਝ ਕੋਸ਼ਿਸ਼ ਕਰਦੇ ਨੇ ਕਿ ਵੀ ਜੋ ਅਸੀਂ ਵਾਅਦੇ ਕੀਤੇ ਨੇ ਉਹਦੇ ਕੁਝ ਪਰਸੈਂਟੇਜ ਪੂਰਾ ਕਰ ਲਈਏ, ਜਾਂ ਜਿਹੜੀ ਸਰਕਾਰਾਂ 4 ਸਾਲ ਕੰਮ ਹੀ ਨਹੀਂ ਕਰਦੀਆਂ, ਫਿਰ ਇੱਕ ਲਾਸਟ ਦੇ 1 ਸਾਲ ਜੇ ਕੰਮ ਕਰਦੀਆਂ ਨੇ ਤਾਂ ਕਿ ਪਬਲਿਕ 'ਚ ਸਾਡੀ ਪਰਸੈਪਸ਼ਨ ਬਣੀ ਰਹੇ। ਤੇ ਉਹਨੂੰ ਸਾਨੂੰ ਦੇਖਣ ਦੀ ਬੜੀ ਲੋੜ ਹੈ। ਇਹਦੇ ਲਈ ਸਾਨੂੰ ਪਬਲਿਕ ਨੂੰ ਜਵਾਬਦੇਹੀ, ਪਬਲਿਕ ਨੂੰ
ਆਪਣੇ ਠੀਕ ਹੈ ਰੋਜ਼ਮर्रा ਦੇ ਉਹਨਾਂ ਦੇ ਬੜੇ ਕੁਐਸਚਨਸ ਨੇ, ਬੜੀ ਉਹਨਾਂ ਦੀ ਮੁਸੀਬਤਾਂ ਨੇ, ਬੜੇ ਉਹਨਾਂ ਦੇ ਸਿਸਟਮ ਚੱਲ ਰਹੇ ਨੇ, ਲੇਕਿਨ ਜਦ ਤੱਕ ਪਬਲਿਕ ਸਰਕਾਰ ਨੂੰ ਕੁਐਸਚਨ 'ਚ ਨਹੀਂ ਲੈ ਕੇ ਆਏਗੀ ਇਹ ਮਾਹੌਲ ਕਦੀ ਵੀ ਨਹੀਂ ਸੁਧਰੇਗਾ। ਹੁਣ ਸਵਾਲ ਪੁੱਛਣ ਵਾਲਿਆਂ ਦਾ ਤਾਂ ਲੈ ਲਓ, ਆ ਹੁਣ ਜਿਹੜਾ ਮੈਂ ਵਿੱਕੀ ਥੋਮਸ ਵਾਲੀ ਗੱਲ ਕਰੀ, ਉੱਥੇ ਹੁਣ ਇਹ ਜੇ ਕਿਹਾ ਜਾਵੇ, ਇੱਕ ਤਾਂ ਉਹਨਾਂ ਨੇ ਇਹ ਜਤਾਤਾ ਵੀ ਜਿਹੜੇ ਆਮ ਸਰਦਾਰ ਨੇ, ਜਿਵੇਂ ਤੁਸੀਂ ਵੀ ਲਾ ਲਓ 1% ਲਾ ਲਓ, 1% ਮੈਨੂੰ ਲਾ ਲਓ, ਵੀ ਤੁਸੀਂ ਲੋਕ ਤਾਂ ਸਵਾਲ ਹੀ ਨਹੀਂ ਪੁੱਛ ਸਕਦੇ ਕਿਉਂਕਿ ਉਹ ਬਾਣੇ 'ਚ ਨੇ। ਗੁਰੂ ਸਾਹਿਬ ਦਾ ਉਹ ਬਾਣਾ ਜੇ ਕਹੀਏ ਕਿ ਬੇਹੱਦ ਪਵਿੱਤਰ ਤੇ ਇੱਕ ਉਹ ਜੇ ਕਹੀਏ ਸਦਬੁੱਧੀ ਬੰਦੇ ਨੂੰ ਦਿੰਦਾ ਵੀ ਸਿੱਧੇ ਪਾਸੇ ਚੱਲਦਾ। ਪਰ ਇਹ ਜਿਹੜੀ ਤਸਵੀਰ ਆਈ ਇਹਨੇ ਕੀ ਸਾਫ਼ ਕਰਿਆ ਵੀ ਜੋ ਉਹਨੇ ਕਹਿਤਾ ਉਹ ਸਾਰਾ ਕੁਝ ਠੀਕ ਹੈ। ਬਹੁਤ ਸਾਰੇ ਦੇਖੀਏ ਵਿਦਵਾਨਾਂ ਨੂੰ ਜਦੋਂ ਸੁਣਿਆ ਇਸ ਮਸਲਿਆਂ ਤੋਂ ਬਾਅਦ, ਹਾਲਾਂਕਿ ਉਹਨਾਂ ਦੇ ਤਰਕ ਵਿਤਰਕ ਸੀ ਉਹਨਾਂ ਦੀ ਜਾਣਕਾਰੀ ਜਾਂ ਗਿਆਨ ਦੇ ਹਿਸਾਬ ਨਾਲ, ਪਰ ਇਹ ਲੱਗਿਆ ਵੀ ਤੁਹਾਨੂੰ ਇਹਦੀ ਪਹਿਚਾਣ ਸਿੱਖੀ ਦੀ ਕਿੱਥੇ ਤੱਕ ਗਈ ਜਿਹੜੀ ਚੀਜ਼ ਆ ਸਾਹਮਣੇ ਵਾਇਰਲ ਹੋਈ। ਦੇਖੋ ਜਿਹੜੇ ਵਿੱਕੀ ਥੋਮਸ ਵਰਗੇ ਬੰਦੇ ਨੇ, ਉਹਨਾਂ ਨੇ ਜਿਹੜਾ ਇੱਕ ਸਿੱਖ ਧਰਮ ਅਪਣਾਇਆ ਹੈ, ਉਹ ਕੋਈ ਐ ਨਹੀਂ ਕਿ ਉਹਨਾਂ ਦੇ ਸਿੱਖਾਂ ਦੇ ਪ੍ਰਤੀ ਕੋਈ ਬਹੁਤ ਵੱਡੀ, ਇਹ ਇੱਕ ਹੋ ਸਕਦਾ ਕਿ ਚਾਲ ਵੀ ਹੋਵੇ ਕਿ ਇੱਕ ਤਰ੍ਹਾਂ ਦਾ ਜਿਹੜਾ ਬੰਦਾ ਹੁਣ ਸਿੱਖ ਬਣ ਗਿਆ ਉਹ ਪਤਾ ਕੀ ਹੈ ਕਿ ਅੰਦਰੋਂ ਸਿੱਖ ਹੈ ਜਾਂ ਨਹੀਂ ਹੈ। ਕੋਈ ਵੀ ਅਗਰ ਦਾੜੀ ਮੁੱਛ ਵਧਾ ਕੇ ਪੱਗ ਬੰਦ ਲਵੇ ਤੇ ਅਸੀਂ ਕੁਐਸਚਨ ਨਹੀਂ ਕਰ ਸਕਦੇ, ਠੀਕ ਹੈ ਨਾ। ਕਈ ਕੰਟਰੀ ਵਿੱਚ ਸਾਨੂੰ ਮੁਸਲਮਾਨ ਵੀ ਸਮਝਿਆ ਜਾਂਦਾ, ਲੇਕਿਨ ਗੱਲ ਇਹ ਹੈਗੀ ਹੈ ਕਿ ਸਾਨੂੰ ਇਹ ਦੇਖਣਾ ਚਾਹੀਦਾ ਕਿ ਜਿਹਨੂੰ ਅਸੀਂ ਇੱਕ ਬਾਟੇ ਦਾ ਅੰਮ੍ਰਿਤ ਛਕਾ ਰਹੇ ਹਾਂ ਕਿ ਉਸ ਯੋਗ ਵੀ ਹੈ ਕਿ ਨਹੀਂ ਹੈ, ਕਿ ਅਸੀਂ ਵੀ ਸਿੱਖ ਉਸੇ ਭੇਡ ਚਾਲ 'ਚ ਪੈ ਗਏ ਹਾਂ ਜਿਹਦੇ ਵਿੱਚ ਮੁਸਲਮਾਨ ਪਏ ਹੋਏ ਨੇ, ਜਿਹਦੇ ਵਿੱਚ ਕ੍ਰਿਸਚਨਸ ਪਏ ਹੋਏ ਨੇ, ਕਿ ਅਸੀਂ ਆਪਣੇ ਨੰਬਰ ਵਧਾਣੇ ਨੇ। ਮਹਾਰਾਜ ਨੇ ਕੁਆਲਿਟੀ ਦੇ ਉੱਤੇ ਜ਼ੋਰ ਦਿੱਤਾ ਸੀ, ਨਾ ਕਿ ਕੁਆਂਟੀਟੀ ਦੇ ਉੱਤੇ। ਅੱਜ ਵਿੱਕੀ ਥੋਮਸ ਵਰਗੇ ਬੰਦਿਆਂ ਨੇ ਇੱਕ ਕੁਐਸਚਨ ਕ੍ਰੀਏਟ ਕਰਤਾ, ਉਹਨੇ ਕਿਹਾ ਜੀ ਨੰਦੇੜ ਸਾਹਿਬ ਉੱਥੇ ਝਟਕਾਉਂਦੇ ਨੇ, ਉੱਥੇ ਅਲਾਉਡ ਹੈ। ਮੈਂ ਐਸੇ ਕਈ ਲੋਕਾਂ ਨੂੰ ਜਾਣਦਾ ਜਿਹੜਾ ਅੰਮ੍ਰਿਤ ਉੱਥੋਂ ਜਾ ਕੇ ਛਕਦੇ ਨੇ ਤਾਂ ਕਿ ਸਾਨੂੰ ਖਾਣ ਦਾ ਮੌਕਾ ਰਵੇ, ਕਿ ਵੀ ਅਸੀਂ ਖਾ ਲਈਏ। ਦਿਮਾਗ ਦੇ ਵਿੱਚ ਇਹ ਚੀਜ਼ ਹੈ, ਪਹਿਲੇ ਹੀ ਦਿਮਾਗ 'ਚ ਚਾਹੀਏ ਹੋਇਆ ਕਿ ਵੀ ਅਸੀਂ ਠੀਕ ਹੈ, ਅਸੀਂ ਬਾਣੇ 'ਚ ਵੀ ਰਹੀਏ ਔਰ ਖਾ ਪੀ ਵੀ ਲਈਏ। ਪਰ ਜੇ ਤੁਸੀਂ ਉਸ ਗੁਰੂ ਮਹਾਰਾਜ ਦੀ ਮਰਿਆਦਾ ਨੂੰ ਨਹੀਂ ਨਿਭਾ ਸਕਦੇ, ਇੱਕ ਮੈਂ ਗੱਲ ਦੱਸਦਾ ਸੁਮਿਤ ਜੀ, ਮੈਂ ਦੱਸਣਾ ਚਾਹਾਂਗਾ, ਗੁਰੂ ਉਸ ਚੇਲੇ ਤੋਂ ਖੁਸ਼ ਹੁੰਦਾ ਹੈ ਕਿ ਜਿਹੜਾ ਉਹਦੇ ਦੱਸੀ ਹੋਈ ਪੂਰਨਿਆਂ ਤੇ ਚੱਲੇ, ਨਾ ਕਿ ਉਹ ਗੁਰੂ ਦੀ ਚਮਚਾਗਿਰੀ ਜਾਂ ਚੰਪੀ ਕਰਕੇ। ਉਹ ਗੁਰੂ ਉਹਨਾਂ ਤੋਂ ਪਤਾ ਹੁੰਦਾ ਵੀ ਇਹ ਸਾਰੇ ਚੇਲੇ ਇਹ ਜਿਹੜੇ ਚਮਚਾਗਿਰੀ ਕਰ ਰਹੇ ਨੇ। ਗੁਰੂ ਉਤੋਂ ਹੀ ਪ੍ਰਸੰਨ ਹੁੰਦਾ ਕਿ ਜਿਹੜਾ ਗੁਰੂ ਦੇ ਗਿਆਨ ਦੇ ਉੱਤੇ ਪੂਰਾ ਉਤਰੇ। ਤੇ ਇਹ ਅੱਜ ਸਾਡੇ ਨਾਲ ਕੀ ਹੋ ਰਿਹਾ ਵੀ ਜੇ ਤੁਸੀਂ ਸਵਾਦ ਨਹੀਂ ਛੱਡ ਸਕਦੇ ਤੇ ਕਿਉਂ ਤੁਸੀਂ ਫਿਰ ਅੰਮ੍ਰਿਤ ਛਕ ਰਹੇ ਹੋ, ਕਿਉਂ ਰਹਿਤ ਮਰਿਆਦਾ ਦਾ ਤੁਸੀਂ ਨੁਕਸਾਨ ਕਰ ਰਹੇ ਹੋ। ਅੱਜ ਤੁਹਾਡੇ ਵਰਗੇ, ਅੱਜ ਵਿੱਕੀ ਥੋਮਸ ਵਰਗੇ ਸਿੱਖਾਂ ਨੂੰ, ਵਿੱਕੀ ਥੋਮਸ ਤੁਹਾਨੂੰ ਮੈਨੂੰ ਪਤਾ ਹੈ, ਆਮ ਲੋਕਾਂ ਨੂੰ ਕੀ ਪਤਾ, ਅਗਰ ਉਹ ਕਿਤੇ ਗਲਤ ਕੰਮ ਕਰ ਰਿਹਾ ਹੈ, ਕਦੇ ਹੋ ਸਕਦਾ ਸਿਗਰਟ ਵੀ ਪੀ ਰਿਹਾ ਹੋਵੇ, ਤੇ ਉਹਦਾ ਜਵਾਬ ਦੇ ਕੌਣ ਹੋਏਗਾ। ਤੇ ਇਹ ਜਿਹੜਾ ਸਾਨੂੰ ਬਹੁਤ ਸੋਚ ਸਮਝ ਕੇ ਅਸੀਂ ਬਹੁਤ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਹਾਂ ਕਿ ਦੇਖੋ ਜੀ ਉਹਨੇ ਸਿੱਖ ਧਰਮ ਅਪਣਾ ਲਿਆ, ਕੀ ਉਹ ਸਿੱਖ ਬਣਨ ਦੇ ਯੋਗ ਹੈ। ਅਸੀਂ ਉਸ ਚੀਜ਼ ਨੂੰ ਵੀ ਜ਼ਰੂਰ ਦੇਖੀਏ। ਪਰ ਹੁਣ ਤੱਕ ਦੀਆਂ ਜਿੰਨੀਆਂ ਵੀ ਤੁਸੀਂ ਜਿੰਨਾ ਕੁ ਉਹਨੂੰ ਦੇਖਿਆ, ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਅਕਸਰ ਗੱਲ ਕਰਦੇ ਹੁੰਦੇ ਆ, ਜਿੰਨਾ ਕੁ ਵੀ ਤੁਸੀਂ ਹੁਣ ਤੱਕ ਉਹਦੀ ਐਕਟੀਵਿਟੀਜ਼ ਨੂੰ ਦੇਖਿਆ, ਤੁਹਾਨੂੰ ਕੀ ਲੱਗਿਆ ਵੀ ਆਖਰਕਾਰ ਕੀ ਪਰਸਨੈਲਿਟੀ ਆ, ਵੀ ਲੋਕਾਂ ਨੂੰ ਗੱਲ ਸੁਣਨੀ ਚਾਹੀਦੀ ਆ, ਜਾਂ ਇਹ ਆ ਵੀ ਉਹ ਜਿਹੜੀਆਂ ਉਹਦੀ ਐਕਟੀਵਿਟੀਆਂ ਨੇ ਉਹ ਸਹੀ ਨੇਗੀਆਂ, ਜਾਂ ਉਹਨੂੰ ਗਿਆਨ ਨਹੀਂ ਪੂਰਾ ਪਰ ਉਹ ਐਕਟੀਵਿਟੀਆਂ ਸਹੀ ਕਰ ਰਹੇ। ਦੇਖੋ ਵਿੱਕੀ ਥੋਮਸ ਵਰਗੇ ਨਾ ਅੱਜ ਕੱਲ੍ਹ ਕੀ ਕਹਿੰਦੇ ਨੇ ਆਪਣੀ ਹਵਾ ਬਣਾਉਣ ਵਾਸਤੇ ਹੋ ਸਕਦਾ ਇਹ ਪ੍ਰੋਪਾਗੈਂਡਾ ਕੀਤਾ ਹੋਵੇ। ਅੱਜ ਕੀ ਜਿਹੜੇ ਯੂਥ ਨੂੰ ਜਾਂ ਜਿਨ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਉਹ ਇਹੋ ਜਿਹੀਆਂ ਨੈਗੇਟਿਵ ਸਿਸਟਮ ਕਰਦੇ ਰਹਿੰਦੇ ਨੇ ਤਾਂ ਕਿ ਅਸੀਂ ਵਾਇਰਲ ਹੋ ਜਾਈਏ, ਠੀਕ ਹੈ ਨਾ ਜੀ। ਤੇ ਇਸ ਵਾਸਤੇ ਕੀ ਕਹਿੰਦੇ ਨੇ ਵਿੱਕੀ ਥੋਮਸ ਵਰਗੇ ਬੰਦਿਆਂ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਹੈ, ਲੇਕਿਨ SGPC ਨੂੰ ਸੀਰੀਅਸ ਹੋਣ ਦੀ ਲੋੜ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਣ ਦੀ ਲੋੜ ਹੈ, ਜਿਹੜੇ ਵੀ ਸਿੱਖ ਇੰਸਟੀਟਿਊਸ਼ਨ ਨੇ ਉਹਨਾਂ ਨੂੰ ਲੋੜ ਹੈ ਕਿ ਲੋਕਾਂ 'ਚ ਵਿਚਰੋ, ਐਕਚੁਅਲੀ ਸਿੱਖ ਧਰਮ ਕੀ ਹੈ ਉਹ ਜਾ ਕੇ ਲੋਕਾਂ ਨੂੰ ਦੱਸੋ, ਉਹ ਜਾ ਕੇ ਲੋਕਾਂ ਨੂੰ ਕਿ ਵਾਕਈ ਗੁਰੂ ਜੀ ਤੁਹਾਡੇ ਤੋਂ ਕੀ ਚਾਹੁੰਦੇ ਸਨ, ਠੀਕ ਹੈ ਨਾ ਜੀ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ, ਕਈ ਲੋਕਾਂ ਨੂੰ ਇਸ ਗੱਲ ਨੂੰ ਦਿੱਕਤ ਆਏਗੀ। ਅੱਜ ਪੰਜਾਬ ਦੇ ਅੰਦਰ ਵੀ ਇਹੋ ਫੈਸ਼ਨ ਹੈ ਕਿ ਜਦ ਦਿਲ ਕੀਤੀ ਪੱਗ ਲਾ ਲਈ, ਜਦ ਦਿਲ ਕੀਤੀ ਕੰਘੀ ਫੇਰ ਲਈ, ਠੀਕ ਹੈ ਨਾ ਜੀ। ਫਿਰ ਤੁਸੀਂ ਇਸ ਗੱਲ ਨੂੰ ਕਿਵੇਂ ਕਹਿ ਸਕਦੇ ਹੋ ਜਦ ਤੁਸੀਂ ਰਹਿਤ ਮਰਿਆਦਾ ਦਾ, ਮਹਾਰਾਜ ਦਾ ਸਭ ਤੋਂ ਪਹਿਲਾਂ ਹੈ ਕਿ ਜਿਹੜੇ ਕੇਸ ਨੇ ਉਹ ਕਤਲ ਨਹੀਂ ਕੀਤੇ ਜਾਣਗੇ, ਠੀਕ ਹੈ ਨਾ ਜੀ। ਅਗਰ ਆਪਾਂ ਉਸ ਚੀਜ਼ ਤੇ ਪੂਰਨੇ ਤੇ ਨਹੀਂ ਉਤਰ ਸਕਦੇ ਤਾਂ ਕੋਈ ਜ਼ਬਰਦਸਤੀ ਨਹੀਂ ਹੈ, ਪਰ ਤੁਸੀਂ ਫਿਰ ਸਿੱਖ ਧਰਮ ਨੂੰ ਕੀ ਕਹਿੰਦੇ ਨੇ ਆਪਣੇ ਕਿਰਤਿਆਂ ਦੇ ਨਾਲ ਆਪਣਾ ਕੁਐਸਚਨ ਚਿੰਨ੍ਹ ਲੈ ਕੇ ਆਓ। ਬਿਲਕੁਲ, ਗਲਤੀ ਅਸੀਂ ਕਰੀਏ ਤੇ ਫਿਰ ਉਹਨੂੰ ਪਰਦਾ ਪਾਉਣ ਵਾਸਤੇ ਅਸੀਂ ਗੁਰੂ ਸਾਹਿਬਾਨਾਂ ਦਾ ਜੇ ਦੇਖਿਆ ਜਾਵੇ, ਵੈਸੇ ਤਾਂ ਜੇ ਅਜਿਹੀਆਂ ਚੀਜ਼ਾਂ ਨੂੰ ਲੈ ਕੇ ਗੱਲ ਕਰੀਏ ਤਾਂ ਗੁਰੂ ਸਾਹਿਬਾਨਾਂ ਦੀ ਗੱਲ ਵਿੱਚ ਕਰਨੀ ਹੀ ਨਹੀਂ ਬਣਦੀ, ਕਿਉਂਕਿ ਅਸੀਂ ਨਾ ਤਾਂ ਉਹਨੇ ਪਵਿੱਤਰਾਂ ਤੇ ਨਾ ਹੀ ਉਹਨਾਂ ਦੇ ਪੂਰਨਿਆਂ ਤੇ ਚੱਲ ਸਕਦੇ ਹਾਂ। ਪਰ ਰਹੀ ਗੱਲ ਹੈ ਵੀ ਉਹ ਤੋਂ ਸਿੱਖਣ ਦੀ ਲੋੜ ਹੁੰਦੀ ਹੈ, ਸਮਝਣ ਦੀ ਲੋੜ ਹੁੰਦੀ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਚੇਲਾ ਵੀ ਜੇਕਰ ਬਣਨਾ ਤਾਂ ਉਹ ਹੋਣਾ ਚਾਹੀਦਾ ਜਿਹੜਾ
ਉਹ ਆਪਦੇ ਗੁਰੂ ਦੀ ਹਰ ਇੱਕ ਸਿੱਖਿਆ ਨੂੰ ਮੰਨੇ, ਉਹਨੂੰ ਜੀਵਨ 'ਚ ਧਾਰੇ। ਪਰ ਦੂਜੇ ਪਾਸੇ ਗੱਲ ਇਹ ਹੋਇਆ ਪਿਆ ਵੀ ਇੱਕ ਪਾਸੇ ਵੀਡੀਓ ਚਾਹੇ ਇਹ ਵਾਇਰਲ ਹੋਇਆ ਹੋਵੇ, ਚਾਹੇ ਦੂਜੇ ਪਾਸੇ ਜਦੋਂ ਗੱਲ ਕਰਦੇ ਆਂਗੇ ਕਿ ਅਨਅਕੈਡਮੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਮੁੰਡੇ ਨੇ ਕਿਹਾ, ਹੁਣ ਉਹ 'ਚ ਮਾੜਾ ਕੁਝ ਵੀ ਨਹੀਂ ਸੀਗਾ। ਹੁਣ ਏਜੰਡਾ ਕਿਸ ਨੇ ਬਣਾਇਆ, ਕਿਉਂ ਬਣਾਇਆ ਗਿਆ, ਪਰ ਉਹ ਸਭ ਦੇ ਵਿੱਚ ਨਿਕਲ ਕੇ ਇਹ ਜ਼ਰੂਰ ਆਇਆ ਵੀ ਸ਼ਾਇਦ ਮੌਜੂਦਾ ਸਰਕਾਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਜਦਕਿ ਆਮ ਤੌਰ ਤੇ ਹੀ ਜੇ ਕਿਸੇ ਉਹਨਾਂ ਦੇ ਪਾਰਟੀ ਦੇ ਵੀ ਲੀਡਰ ਨੂੰ ਇਹ ਪੁੱਛਿਆ ਜਾਵੇ ਤਾਂ ਉਹ ਅਕਸਰ ਇਹ ਗੱਲ ਕਹਿੰਦਾ ਨਜ਼ਰ ਆਊਗਾ ਕਿ ਨਹੀਂ, ਪੜ੍ਹਿਆ ਲਿਖਿਆ ਜਿਹੜਾ ਹੋਣਾ ਚਾਹੀਦਾ ਲੀਡਰ, ਤਾਂ ਕਿ ਉਹ ਵਾਗਡੋਰ ਸਹੀ ਢੰਗ ਦੇ ਨਾਲ ਚਲਾ ਸਕੇ। ਕਿਉਂਕਿ ਸਮਾਂ ਬਦਲ ਰਿਹਾ ਹੈ ਤੇ ਸਮਾਂ ਹੁਣ ਅਫਸਰਸ਼ਾਹੀ ਕਿਸ ਤਰ੍ਹਾਂ ਦੇ ਨਾਲ ਚਲਾ ਰਹੀ ਹੈ ਉਹ ਵੀ ਸਭ ਦੇ ਸਾਹਮਣੇ ਆ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ ਟੀਵੀ, ਚੰਡੀਗੜ੍ਹ।